ਡਾਕਟਰ ਸ਼ਾਮ ਸੁੰਦਰ ਦੀਪਤੀ ਦੀ ਪੁਸਤਕ ਮਾਨਸਿਕ ਰੋਗ ਤੇ ਸਾਡਾ ਸਮਾਜ। ਲੇਖ ਹੈ ਮਨ ਅਤੇ ਸਿਹਤ। ਵਿਸ਼ਵ ਸਿਹਤ ਸੰਸਥਾ ਦੀ ਸਿਹਤ ਦੀ ਪਰਿਭਾਸ਼ਾ ਵਿੱਚ ਇੱਕ ਹਿੱਸਾ ਮਾਨਸਿਕ ਸਿਹਤ ਦਾ ਹੈ। ਵੈਸੇ ਸਰੀਰਕ ਸਿਹਤ ਹੀ ਆਮ ਪ੍ਰਚਲਿਤ ਹੈ। ਰੋਗੀ ਨੂੰ ਜਦੋਂ ਕੋਈ ਸਰੀਰਕ ਲੱਛਣ ਆ ਘੇਰਦਾ ਹੈ ਉਹ ਦੁਖੀ ਹੋ ਜਾਂਦਾ ਹੈ, ਉਹ ਵੀ ਉਸ ਵੇਲੇ ਜਦੋਂ ਉਹਨੂੰ ਕੋਈ ਹੋਰ ਚਾਰਾ ਨਹੀਂ ਦਿਸਦਾ। ਆਮ ਤੌਰ ਤੇ ਮਾਨਸਿਕ ਪਰੇਸ਼ਾਨੀ ਨੂੰ ਲੋਕ ਇਲਾਜਯੋਗ ਤਕਲੀਫ ਸਮਝਦੇ ਹੀ ਨਹੀਂ। ਇੱਥੇ ਮੈਂ ਇੱਕ ਨਿੱਕੀ ਜਿਹੀ ਗੱਲ ਦੱਸਦਾ। ਮੇਰੇ ਲੇਖਾਂ ਨੂੰ ਪੜ੍ਹ ਕੇ ਇੱਕ ਆਦਮੀ ਨੇ ਮੈਨੂੰ ਕਿਹਾ, ਡਾਕਟਰ ਸਾਹਿਬ ਉਦਾਸੀ ਵੀ ਕੋਈ ਰੋਗ ਹੁੰਦਾ ਹੈ? ਮੇਰਾ ਇੱਕ ਪੂਰਾ ਲੇਖ ਉਦਾਸੀ ਰੋਗ ਸਮਤਾ 'ਚ ਛਾਪਿਆ ਹੈ। ਉਹ ਚੰਗਾ ਪੜ੍ਹਿਆ ਲਿਖਿਆ ਹੈ। ਗੱਲ ਦਰਅਸਲ ਸਹੀ ਵੀ ਹੈ ਕਿ ਮਾਨਸਿਕ ਪਰੇਸ਼ਾਨੀ, ਤਣਾਅ, ਉਦਾਸੀ ਆਮ ਜ਼ਿੰਦਗੀ ਦਾ ਹਿੱਸਾ ਜਿਹਾ ਬਣ ਗਈਆਂ ਹੋਣ ਤਾਂ ਆਦਮੀ ਇਹਨਾਂ ਨੂੰ ਰੋਗ ਸਮਝਦਾ ਹੀ ਨਹੀਂ। ਦੂਜੀ ਗੱਲ ਜੋ ਕਿ ਮਾਨਸਿਕ ਰੋਗਾਂ ਬਾਰੇ ਜ਼ਿਆਦਾ ਸਹੀ ਹੈ, ਉਹ ਹੈ ਬਿਮਾਰੀ ਤੇ ਬਿਮਾਰੀ ਦੇ ਲੱਛਣ 'ਚ ਫਰਕ ਕਰ ਸਕਣ ਦੀ ਸਮਰੱਥਾ। ਉਦਾਹਰਣ ਵਜੋਂ ਬੁਖਾਰ ਕੋਈ ਬਿਮਾਰੀ ਨਹੀਂ ਹੈ, ਇਹ ਕਿਸੇ ਬਿਮਾਰੀ ਦਾ ਲੱਛਣ ਹੈ। ਬੁਖਾਰ ਹੋਣਾ, ਸਿਰ ਦਰਦ ਹੋਣਾ, ਉਲਟੀਆਂ ਜਾਂ ਜੀ ਮਤਲਾਉਣਾ ਮਰੀਜ਼ ਖੁਦ ਆ ਕੇ ਦੱਸਦਾ ਹੈ। ਇਹਨਾਂ ਲੱਛਣਾਂ ਨੂੰ ਮੁੱਖ ਰੱਖ ਕੇ ਡਾਕਟਰ ਨੇ ਬਿਮਾਰੀ ਲੱਭਣੀ ਹੁੰਦੀ ਹੈ। ਸਿਰ ਦਰਦ ਨੂੰ ਮੁੱਖ ਰੱਖ ਕੇ ਐਸਪਰੋ ਦੀ ਗੋਲੀ, ਬੁਖਾਰ ਨੂੰ ਮੁੱਖ ਰੱਖ ਕੇ ਕਰੋਸੀਨ ਦੀ ਗੋਲੀ ਆਦਿ ਦੇ ਦਿੱਤੀ ਤਾਂ ਇਲਾਜ ਲੱਛਣਾਂ ਦਾ ਹੈ, ਨਾ ਕਿ ਬਿਮਾਰੀ ਦਾ। ਇਸੇ ਉਦਾਹਰਣ ਨੂੰ ਅੱਗੇ ਤੋਰਦੇ ਹੋਏ ਕਿ ਬੁਖਾਰ ਦਾ ਕਾਰਨ ਹੈ ਮਲੇਰੀਆ, ਟਾਈਫਾਇਡ, ਟੀਬੀ ਜਾਂ ਕਿਸੇ ਹੋਰ ਜੀਵਾਣੂ ਦਾ ਹਮਲਾ। ਹੁਣ ਇਹ ਪਛਾਣਨ ਦੀ ਲੋੜ ਹੈ ਕਿ ਹਮਲਾ ਕਿਸ ਜੀਵਾਣੂ ਦਾ ਹੈ ਤੇ ਉਹਦਾ ਸਹੀ ਇਲਾਜ ਹੋਵੇ। ਲੱਛਣਾਂ ਦਾ ਇਲਾਜ ਤਾਂ ਮਹਿਜ਼ ਸਮਾਂ ਟਪਾਉਣ ਵਾਲੀ ਗੱਲ ਹੈ, ਤੇ ਜੇਕਰ ਉਹਦਾ ਸਹੀ ਕਾਰਨ ਮੌਜੂਦ ਰਹਿੰਦਾ ਹੈ ਤਾਂ ਹਮਲਾ ਬਾਰ-ਬਾਰ ਹੁੰਦਾ ਹੀ ਰਹੇਗਾ। ਇਸੇ ਗੱਲ ਨੂੰ ਮਾਨਸਿਕ ਰੋਗਾਂ ਦੇ ਨਜ਼ਰੀਏ ਤੋਂ ਵੇਖਦੇ ਹਾਂ, ਕਿਉਂਕਿ ਇਸ ਵਿੱਚ ਬਿਮਾਰੀ ਦੇ ਲੱਛਣਾਂ ਨੂੰ ਹੀ ਮਨੋਰੋਗਾਂ ਦਾ ਨਾਂ ਦਿੱਤਾ ਗਿਆ। ਜਿਵੇਂ ਕੋਈ ਆ ਕੇ ਆਖੇ ਮੈਂ ਅੱਜ-ਕੱਲ੍ਹ ਉਦਾਸ ਜਿਹਾ ਰਹਿੰਦਾ, ਤਾਂ ਬਿਮਾਰੀ ਦਾ ਨਾਂ ਉਦਾਸੀ ਰੋਗ, ਡਿਪਰੈਸ਼ਨ। ਜੇਕਰ ਕੋਈ ਬਹੁਤ ਫਿਕਰ ਕਰਦਾ ਹੈ, ਛੇਤੀ ਤਣਾਅ 'ਚ ਆ ਜਾਂਦਾ ਹੈ, ਬਿਮਾਰੀ ਫਿਕਰ ਰੋਗ, ਐਂਜ਼ਾਈਟੀ, ਨਿਊਰੋਸਿਸ। ਉਸੇ ਤਰ੍ਹਾਂ ਜੇਕਰ ਡਰ ਲੱਗਦਾ ਹੈ ਤੇ ਬਿਮਾਰੀ ਫੋਬੀਆ ਤੇ ਸਨਕ ਲਈ ਸਨਕ ਰੋਗ, ਓਬਸੈਸ਼ਨ। ਹੁਣ ਜੇਕਰ ਇਹ ਬਿਮਾਰੀਆਂ ਹਨ ਅਸਲ 'ਚ ਜੋ ਕਿ ਮਰੀਜ਼ ਵੱਲੋਂ ਦੱਸੇ ਗਏ ਲੱਛਣ ਹੀ ਹਨ, ਤਾਂ ਆਪਾਂ ਚੰਗੀ ਤਰ੍ਹਾਂ ਸੋਚ ਸਕਦੇ ਹਾਂ ਕਿ ਇਹਨਾਂ ਦਾ ਇਲਾਜ ਕੀ ਹੋਏਗਾ। ਉਦਾਸੀ ਰੋਗ ਲਈ ਉਹ ਦਵਾਈ ਹੈ ਜੋ ਕਿ ਸਰੀਰ ਵਿੱਚ ਉਹ ਤੱਤ, ਐਂਜ਼ਾਈਮ, ਹਾਰਮੋਨਸ ਆਦਿ ਵਿੱਚ ਤਬਦੀਲੀ ਲਿਆਉਣ ਜੋ ਕਿ ਉਦਾਸੀ ਪੈਦਾ ਕਰਨ ਵਾਲੇ ਤੱਤਾਂ ਨੂੰ ਘਟਾਉਣ। ਮਤਲਬ ਉਹੀ ਕਿ ਜਦੋਂ ਤੱਕ ਦਵਾਈ ਦਾ ਅਸਰ ਰਹੇਗਾ ਮਰੀਜ਼ ਠੀਕ ਰਹੇਗਾ, ਦਵਾਈ ਬੰਦ, ਆਦਮੀ ਪੁਰਾਣੀ ਹਾਲਤ ਵਿੱਚ। ਦਰਅਸਲ ਮੁੱਖ ਗੱਲ ਇਹ ਹੈ ਕਿ ਉਸ ਪਹਿਲੂ ਵੱਲ ਝਾਤ ਹੀ ਨਹੀਂ ਪਾਈ ਗਈ ਕਿ ਉਹ ਕੀ ਕਾਰਨ ਹੈ ਜਿਸ ਨਾਲ ਉਦਾਸੀ ਰੋਗ ਪੈਦਾ ਕਰਨ ਵਾਲੇ ਤੱਤ ਸਰੀਰ 'ਚ ਸ਼ਾਮਲ ਹੋਏ, ਜਿਸ ਨਾਲ ਉਦਾਸੀ ਪੈਦਾ ਕਰਨ ਵਾਲੇ ਐਂਜ਼ਾਈਮ ਤੇ ਹਾਰਮੋਨਸ ਵਿੱਚ ਤਬਦੀਲੀ ਆਈ। ਮਨ ਕੀ ਹੈ? ਮਨ ਦੀ ਹੋਂਦ ਬਾਰੇ ਬਹੁਤ ਵਿਦਵਾਨਾਂ, ਦਾਰਸ਼ਨਿਕਾਂ, ਵਿਗਿਆਨੀਆਂ ਨੇ ਲਿਖਿਆ ਹੈ। ਮਨੋਵਿਗਿਆਨੀਆਂ ਦੇ ਪਿਤਾਮਾ ਫਰਾਇਡ ਦਾ ਕਹਿਣਾ ਹੈ ਕਿ ਮਨ ਨਾਂ ਦਾ ਕੋਈ ਅੰਗ ਸਾਡੇ ਸਰੀਰ 'ਚ ਨਹੀਂ ਹੁੰਦਾ। ਇੱਕ ਮਨ ਘੜਤ ਅਰਥਾਤ ਨਾ ਦਿਸਣ ਵਾਲੀ ਰਚਨਾ ਹੈ, ਪਰ ਇਹ ਹੁੰਦਾ ਜ਼ਰੂਰ ਹੈ। ਫਰਾਇਡ ਨੇ ਇਹਦੇ 3 ਹਿੱਸੇ ਵੀ ਦੱਸੇ, ਜਿਹਨੂੰ ਕਰਮਵਾਰ ਇਡ, ਸੁਪਰ ਈਗੋ ਤੇ ਈਗੋ ਆਖਦੇ ਹੈ। ਇਡ, ਆਈਡੀ ਸਾਡੀਆਂ ਜਾਨਵਰਾਂ ਪ੍ਰਵਿਰਤੀਆਂ ਦੀ ਪ੍ਰਤੀਕ ਹੈ। ਜੋ ਕੁਝ ਵੀ ਅਸੀਂ ਜਾਨਵਰਾਂ ਦੇ ਵਿਕਾਸ ਤੋਂ ਹੁਣ ਤੱਕ ਜੀਵਕ ਰੂਪ 'ਚ ਪ੍ਰਾਪਤ ਕੀਤਾ ਹੈ, ਜਿਵੇਂ ਸੈਕਸ, ਭੁੱਖ, ਗੁੱਸਾ, ਡਰ ਆਦਿ, ਇਹ ਸਭ ਇਡ ਦੇ ਰੂਪ 'ਚ ਸਾਡੇ ਨਾਲ ਤੁਰ ਰਿਹਾ ਹੈ। ਦੂਜੇ ਪਾਸੇ ਸਮਾਜਿਕ ਵਿਕਾਸ ਨਾਲ ਜੋ ਕੁਝ ਅਸੀਂ ਸਿੱਖਿਆ ਹੈ ਉਹ ਹੈ ਸੁਪਰ ਈਗੋ। ਇਸ ਵਿੱਚ ਸਮਾਜਿਕ ਨਿਰਦੇਸ਼ ਹਨ, ਭਾਵ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਇਹ ਖਾਣਾ, ਉਹ ਪਾਉਣਾ, ਕਹਿਣ ਦਾ ਮਤਲਬ ਬੰਦਿਸ਼ਾਂ ਤੇ ਨਿਯਮ। ਇਸੇ ਤਰ੍ਹਾਂ ਦੇ ਹਜ਼ਾਰਾਂ ਹੀ ਨਿਯਮ ਸਾਡੇ ਮਨ ਦਾ ਹਿੱਸਾ ਹਨ। ਈਗੋ ਹੈ ਮਨ ਨੂੰ ਗਤੀਸ਼ੀਲ ਕਰਨ ਦੀ ਸ਼ਕਤੀ। ਇਡ ਦਾ ਪ੍ਰਭਾਵ ਤੇ ਸੁਪਰ ਈਗੋ ਦਾ ਦਬਾਅ ਈਗੋ ਨੂੰ ਜਨਮ ਦਿੰਦਾ ਹੈ। ਭੁੱਖ ਮਨੁੱਖ ਦੀ ਇਡ ਪ੍ਰਵਿਰਤੀ ਹੈ। ਕਮਾ ਕੇ ਖਾਣਾ, ਵੰਡ ਕੇ ਖਾਣਾ ਆਦਿ ਮਨੁੱਖ ਦੀਆਂ ਸਮਾਜਿਕ ਹਦਾਇਤਾਂ ਹਨ। ਇਹਨਾਂ ਦੋਹਾਂ ਸਥਿਤੀਆਂ ਨੂੰ ਮੁੱਖ ਰੱਖਦਾ ਹੋਇਆ ਮਨੁੱਖ ਕਾਰਜਸ਼ੀਲ ਹੁੰਦਾ ਹੈ। ਫਰਾਇਡ ਮੁਤਾਬਕ ਮਨ ਦੀ ਹੋਂਦ ਹੈ, ਪਰ ਤੁਸੀਂ ਸਰੀਰ ਤੇ ਉਂਗਲ ਧਰ ਕੇ ਨਹੀਂ ਦੱਸ ਸਕਦੇ ਕਿ ਮਨ ਇਸ ਥਾਂ ਤੇ ਹੈ। ਦਿਮਾਗ ਤੇ ਮਨ 2 ਚੀਜ਼ਾਂ ਹਨ। ਦਿਮਾਗ ਸਰੀਰ ਦਾ ਇੱਕ ਅਹਿਮ ਹਿੱਸਾ ਹੈ। ਉਹ ਸਾਡੇ ਸਰੀਰ ਨੂੰ ਨਿਯੰਤਰਿਤ ਕਰਦਾ ਹੈ, ਸਾਡੀਆਂ ਸਾਰੀਆਂ ਹਰਕਤਾਂ ਨੂੰ, ਜਿਵੇਂ ਹੱਥ ਹਿਲਾਉਣਾ, ਉੱਠਣਾ, ਬੈਠਣਾ ਆਦਿ।
ਹੁਣ ਜੇਕਰ ਦੇਖੀਏ ਤਾਂ ਭੁੱਖ ਲੱਗਣ ਦਾ ਇੱਕ ਸੈਂਟਰ ਹੈ ਦਿਮਾਗ ਵਿੱਚ, ਦੂਜੇ ਪਾਸੇ ਢਿੱਡ ਜੋ ਕਿ ਮਨ ਦਾ ਹਿੱਸਾ ਹੈ, ਉਸ ਵਿੱਚ ਭੁੱਖ ਦੀ ਮਾਨਸਿਕ ਪ੍ਰਵਿਰਤੀ ਹੈ। ਜੇਕਰ ਅਸੀਂ ਦਿਮਾਗ ਦੀ ਬਣਤਰ ਵੇਖੀਏ ਤਾਂ ਇਹਦੇ ਦੋ ਹਿੱਸੇ ਹੈ, ਵੱਡਾ ਹਿੱਸਾ ਤੇ ਛੋਟਾ ਹਿੱਸਾ। ਵੱਡਾ ਹਿੱਸਾ ਇੱਕ ਤਰ੍ਹਾਂ ਦਾ ਬੁੱਧੀਮਤਾ ਦਾ, ਵਿਵੇਕ ਦਾ, ਸਮਝਦਾਰੀ ਦਾ ਤੇ ਸਿਆਣਪ ਦਾ ਕੇਂਦਰ ਹੈ, ਮਨੁੱਖੀ ਵਿਕਾਸ ਦਾ ਪ੍ਰਤੀਕ ਹੈ। ਕਿਸੇ ਵੀ ਜਾਨਵਰ ਵਿੱਚ ਦਿਮਾਗ ਦਾ ਇਹ ਹਿੱਸਾ ਇੰਨਾ ਵੱਡਾ ਨਹੀਂ ਜਿੰਨਾ ਵੱਡਾ ਮਨੁੱਖ ਵਿੱਚ ਹੈ। ਛੋਟਾ ਹਿੱਸਾ ਜਾਨਵਰੀ ਪ੍ਰਵਿਰਤੀਆਂ ਦਾ ਹੈ ਜੋ ਰੂੜੀ ਮਾਤਰ ਸਾਡੇ ਵਿਕਾਸ ਨਾਲ ਤੁਰੀਆਂ ਫਿਰਦੀਆਂ ਹਨ। ਇਹ ਦਿਨੋਂ ਦਿਨ ਘੱਟ ਹੋਈਆਂ ਹਨ। ਮਨੁੱਖ 'ਚ ਸੂਝ ਵਧੀ ਹੈ। ਵਿਗਿਆਨ ਦੀਆਂ ਲੱਭਤਾਂ ਇਸ ਗੱਲ ਦੀਆਂ ਗਵਾਹ ਨੇ ਕਿ ਅਸੀਂ ਬਹੁਤ ਤਰੱਕੀ ਕੀਤੀ ਹੈ। ਇਹ ਇੱਕ ਅਲੱਗ ਵਿਸ਼ਾ ਹੈ ਕਿ ਕੁਝ ਲੋਕ ਉਹਨਾਂ ਲੱਭਤਾਂ ਨੂੰ ਕਲਿਆਣਕਾਰੀ ਢੰਗ ਨਾਲ ਵਰਤਣ ਦੇ ਹੱਕ 'ਚ ਨਹੀਂ ਹਨ ਤੇ ਨਾਲ ਹੀ ਉਹ ਵਿਗਿਆਨਕ ਖੋਜਾਂ ਨੂੰ ਸਭ ਲੋਕਾਂ ਤੱਕ ਬਰਾਬਰ ਪਹੁੰਚਾਉਣ ਦੇ ਹੱਕ ਵਿੱਚ ਵੀ ਨਹੀਂ ਹਨ। ਫਰਾਉਡ ਦੇ ਮਨ ਦੀ ਬਣਤਰ ਦਾ ਕੁਝ ਅਕਸ ਸਾਡੇ ਸਰੀਰ ਦੇ ਅੰਗ ਦਿਮਾਗ 'ਚ ਭਾਲਿਆ ਜਾ ਸਕਦਾ ਹੈ, ਪਰ ਫਰਕ ਕਿੱਥੇ ਪੈਂਦਾ ਹੈ? ਜਦੋਂ ਅਸੀਂ ਕਹਿੰਦੇ ਹਾਂ ਕਿ ਮਨ ਨਹੀਂ ਹੈ, ਉਹਦਾ ਕੋਈ ਠੋਸ ਵਜੂਦ ਨਹੀਂ ਹੈ। ਇਹਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਜਦੋਂ ਕੋਈ ਮਾਨਸਿਕ ਰੋਗ ਨਾਲ ਪੀੜਤ ਹੁੰਦਾ ਹੈ ਤਾਂ ਉਹਦੇ ਸਰੀਰ ਵਿੱਚੋਂ ਕੋਈ ਲੈਬੋਰਟਰੀ ਐਕਸ-ਰੇ ਜਾਂ ਕੈਟ ਸਕੈਨ ਆਦਿ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਦਰਸਾਉਂਦੇ। ਸਰੀਰ ਦੀ ਕਿਸੇ ਵੀ ਕੋਸ਼ਿਕਾ ਵਿੱਚ ਜੇਕਰ ਦਿਮਾਗ ਨੂੰ ਬੁੱਧੀ ਤੇ ਸੋਝੀ ਦੀ ਸੀਟ ਕਹਿੰਦੇ ਆ, ਉੱਥੇ ਵੀ ਕੋਈ ਕੋਸ਼ਿਕਾ ਖਰਾਬ ਨਹੀਂ ਹੋਈ ਹੁੰਦੀ। ਇਹ ਤੋਂ ਬਾਅਦ ਇੱਕ ਸਮਾਜੀ ਮਨੋਵਿਗਿਆਨੀ ਮੀਡ ਦਾ ਕਥਨ ਹੈ ਕਿ ਮਨ ਦੀ ਹੋਂਦ ਤਕਰੀਬਨ 2 ਸਾਲ ਤੋਂ ਸ਼ੁਰੂ ਹੁੰਦੀ ਹੈ। ਮਨ ਦਾ ਵਿਕਾਸ ਇਸੇ ਉਮਰ ਤੋਂ ਹੋਣ ਲੱਗਦਾ ਹੈ। ਹੁਣ ਜੇਕਰ ਦਿਮਾਗ ਤੇ ਮਨ ਰਲਦੇ ਹੋਣ ਤਾਂ ਦਿਮਾਗ ਸਰੀਰ ਦਾ ਇੱਕ ਅੰਗ ਹੋਣ ਦੀ ਬਦੌਲਤ ਜਨਮ ਤੋਂ ਹੀ ਨਾਲ ਹੁੰਦਾ ਹੈ। ਮੀਡ ਦਾ ਕਹਿਣਾ ਹੈ ਕਿ ਬੱਚਾ ਜਦੋਂ ਪੈਦਾ ਹੁੰਦਾ ਹੈ ਉਹ ਇੱਕ ਜੀਵਕ ਪ੍ਰਾਣੀ ਹੁੰਦਾ ਹੈ। ਉਹ ਛੋਟੀਆਂ-ਛੋਟੀਆਂ ਕੋਸ਼ਿਕਾਵਾਂ, ਮਾਸ, ਹੱਡ ਤੇ ਖੂਨ ਦਾ ਬਣਿਆ ਹੁੰਦਾ ਹੈ। ਪਹਿਲੇ 3 ਮਹੀਨੇ ਤਾਂ ਇਹ ਕਿਸੇ ਨੂੰ ਪਛਾਣਦਾ ਨਹੀਂ, ਫਿਰ ਉਹ ਆਲੇ ਦੁਆਲੇ ਲੋਕਾਂ ਨੂੰ ਵੇਖ ਕੇ ਹੱਸਦਾ ਹੈ, ਪਛਾਣਦਾ ਫਿਰ ਵੀ ਨਹੀਂ। ਇਸ ਤੋਂ ਬਾਅਦ ਮਾਂ ਦੀ ਪਛਾਣ ਹੁੰਦੀ ਹੈ। ਪੂਰਵ ਜਨਮ 'ਚ ਵਿਸ਼ਵਾਸ ਰੱਖਣ ਵਾਲੇ ਲੋਕ ਕਹਿੰਦੇ ਹਨ ਕਿ ਪੁਰਾਣੇ ਸਾਥੀਆਂ ਨੂੰ ਯਾਦ ਕਰਕੇ ਹੱਸਦਾ ਰੋਂਦਾ ਹੈ। ਸਰੀਰਕ ਵਿਕਾਸ ਦੇ ਨਾਲ ਨਾਲ ਮਾਂ ਕਦੇ ਕੁਝ ਸਿਖਾਉਂਦੀ ਹੈ, ਪਿਓ ਕਦੇ ਕੁਝ ਬੋਲਦਾ ਹੈ, ਕਦੇ ਕੋਈ ਹੋਰ। ਇਸ ਤਰ੍ਹਾਂ ਬੱਚਾ ਦੇਖਦਾ ਸੁਣਦਾ ਸਭ ਕੁਝ ਆਪਣੇ ਦਿਮਾਗ 'ਚ ਰਿਕਾਰਡ ਕਰੀ ਜਾਂਦਾ ਹੈ, ਫਿਰ ਕਦੀ ਨਕਲਾਂ ਵੀ ਲਾਉਂਦਾ ਹੈ। ਇਸ ਤਰ੍ਹਾਂ ਬੱਚਾ ਇੱਕ ਜੀਵਕ ਪ੍ਰਾਣੀ ਤੋਂ ਸਮਾਜਿਕ ਪ੍ਰਾਣੀ ਬਣ ਜਾਂਦਾ ਹੈ। ਇਸ ਤਬਦੀਲੀ ਵਿੱਚ ਕਿੰਨੇ ਲੋਕਾਂ ਦਾ ਹੱਥ ਹੁੰਦਾ ਹੈ। ਇੱਕ ਰੂਸੀ ਕਹਾਵਤ ਹੈ ਕਿ ਬੱਚਾ 2 ਸਾਲ ਦੀ ਉਮਰ 'ਚ ਚੰਗੀ ਤਰ੍ਹਾਂ ਬੋਲਣ ਲੱਗ ਪੈਂਦਾ ਹੈ, ਪਰ ਕੀ ਬੋਲਣਾ ਹੈ ਇਹ ਸਿੱਖਣ ਲਈ 60 ਸਾਲ ਵੀ ਲੱਗ ਜਾਂਦੇ ਹੈ। ਮਨ ਬਣਦਾ ਹੈ ਸਾਡੇ ਆਲੇ ਦੁਆਲੇ ਤੋਂ, ਪਰਿਵਾਰ, ਸਕੂਲ, ਕੰਮ ਵਾਲੀ ਥਾਂ, ਉੱਥੋਂ ਦੇ ਦੋਸਤ ਮਿੱਤਰ, ਰਾਜਨੀਤੀ, ਆਰਥਿਕਤਾ, ਧਰਮ, ਫਲਸਫਾ। ਜੇਕਰ ਆਲਾ ਦੁਆਲਾ ਚੰਗਾ ਹੋਏਗਾ ਤਾਂ ਮਨ ਵੀ ਸਿਹਤਮੰਦ ਹੋਏਗਾ। ਹੁਣ ਚੰਗਾ ਆਲਾ ਦੁਆਲਾ ਕਿਹੜਾ ਹੈ ਜਾਂ ਕੋਈ ਕਿਹਨੂੰ ਮੰਨਦਾ ਹੈ, ਇੱਕ ਵੱਖਰਾ ਪਹਿਲੂ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਤਰਕਸ਼ੀਲਤਾ ਦੇ ਆਧਾਰ ਤੇ ਜੋ ਖੜਾ ਹੈ ਉਹ ਚੰਗਾ ਹੈ। ਅੰਗਰੇਜ਼ੀ ਦੀ ਕਹਾਵਤ ਹੈ, ਚੰਗਾ ਮਨ ਚੰਗੀ ਖੋਜ। ਦਰਅਸਲ ਹੋਣਾ ਇਹ ਚਾਹੀਦਾ ਹੈ ਕਿ ਚੰਗੀ ਖੋਜ ਚੰਗਾ ਮਨ, ਕਿਉਂਕਿ ਮਨ ਦੀ ਹੋਂਦ ਬਾਅਦ ਵਿੱਚ ਹੁੰਦੀ ਹੈ। ਇੱਕ ਘਟਨਾ ਹੈ ਕਿ 2 ਆਦਮੀਆਂ ਨੇ ਇੱਕ ਊਠ ਦੇ ਗਲ 'ਚ ਘੰਟੀ ਬੰਨੀ ਦੇਖੀ। ਉਹਨਾਂ ਨੇ ਪਹਿਲਾਂ ਕਦੀ ਇਸ ਤਰ੍ਹਾਂ ਦਾ ਜਾਨਵਰ ਨਹੀਂ ਸੀ ਦੇਖਿਆ ਤੇ ਨਾ ਹੀ ਗਲ 'ਚ ਬੰਨੀ ਘੰਟੀ ਬਾਰੇ ਗਿਆਨ ਸੀ। ਇੱਕ ਨੇ ਕਿਹਾ ਕਿ ਕੀ ਦੇ ਗਲ ਵਿੱਚ ਕੀ? ਦੂਜੇ ਨੇ ਜਵਾਬ ਦਿੱਤਾ, ਇਹੋ ਜਿਹੇ ਦੇ ਗਲ ਵਿੱਚ ਇਹੋ ਜਿਹੀ ਹੁੰਦਾ ਹੈ। ਸਪਸ਼ਟ ਹੈ, ਮਨ ਦੀ ਹੋਂਦ ਬਾਅਦ ਵਿੱਚ ਹੁੰਦੀ ਹੈ। ਪਰ ਇੱਕ ਗੱਲ ਇਹ ਵੀ ਹੈ ਕਿ ਮਨ ਤੇ ਦਿਮਾਗ ਦਾ ਆਪਸ ਵਿੱਚ ਕੋਈ ਸੰਬੰਧ ਜ਼ਰੂਰ ਹੁੰਦਾ ਹੈ। ਦਿਮਾਗ 'ਚ ਸੂਝ ਤੇ ਬੁੱਧੀ ਲਈ ਥਾਂ ਹੈ। ਉਸ ਨਾਲ ਮਨੁੱਖ ਨੂੰ ਆਲੇ ਦੁਆਲੇ ਬਾਰੇ ਸਮਝਣ ਦੀ ਸ਼ਕਤੀ ਵੱਧਦੀ ਹੈ। ਇਸ ਤਰ੍ਹਾਂ ਮਨ ਵੀ ਉਸੇ ਅਨੁਪਾਤ 'ਚ ਵੱਧਦਾ ਹੈ। ਤਾਂ ਹੀ ਤਾਂ ਤੁਸੀਂ ਸੁਣਿਆ ਹੋਵੇਗਾ ਕਿ ਲੋਕ ਕਹਿੰਦੇ ਨੇ ਉਹਦਾ ਦਿਮਾਗ ਹੀ ਨਹੀਂ, ਉਹ ਸੁਖੀ ਹੈ, ਨਾ ਪਰੇਸ਼ਾਨੀ ਨਾ ਝੰਜਟ। ਦਿਮਾਗ ਤੇ ਮਨ ਦਾ ਸੰਬੰਧ ਅਵਸ਼ ਹੈ। ਮਨ ਦੀ ਪਰੇਸ਼ਾਨੀ ਵਾਲੇ ਲੋਕ ਜ਼ਿਆਦਾ ਬੁੱਧੀਮਾਨ, ਜ਼ਿਆਦਾ ਸੋਚਵਾਨ ਤੇ ਤਰਕਸ਼ੀਲ ਹੁੰਦੇ ਹਨ। ਉਹ ਹਰ ਗੱਲ ਦੀ ਚੀਰ-ਫਾੜ ਕਰਦੇ ਹਨ ਤੇ ਆਮ ਲੋਕਾਂ ਤੋਂ ਵੱਧ ਚਿੰਤਤ ਹੁੰਦੇ ਹਨ। ਪਰ ਦੂਜੇ ਪਾਸੇ ਚਿੰਤਤ ਤੇ ਚੇਤਨਾ 'ਚ ਫਰਕ ਹੈ। ਜਿਨ੍ਹਾਂ ਦੀ ਚਿੰਤਾ ਚੇਤਨਾ ਪੱਧਰ ਦੀ ਹੁੰਦੀ ਹੈ ਉਹ ਭੰਬਲ ਭੂਸੇ 'ਚ ਘੱਟ ਪੈਂਦੇ ਹਨ। ਇਸ ਤਰ੍ਹਾਂ ਇਹ ਨਤੀਜਾ ਨਿਕਲਿਆ ਕਿ ਮਨ ਇੱਕ ਵੱਖਰੀ ਹੋਂਦ ਰੱਖਦਾ ਹੈ। ਉਹਦਾ ਦਿਮਾਗ ਨਾਲ ਭਾਵੇਂ ਸੰਬੰਧ ਹੈ। ਮਨ ਦੀ ਬਣਤਰ ਤੇ ਵਿਕਾਸ ਨੂੰ ਗੌਰ ਨਾਲ ਦੇਖਿਆ ਜਾਏ ਤਾਂ ਅਸੀਂ ਸਮਝ ਸਕਦੇ ਹਾਂ ਕਿਸ ਤਰ੍ਹਾਂ ਦੇ 2 ਵਰ੍ਹੇ ਦੀ ਉਮਰ ਤੋਂ ਬਾਅਦ ਮਨ ਦੀ ਪ੍ਰਕਿਰਿਆ ਨਾਲ ਪਹਿਲਾ ਪਰਿਵਾਰ ਦੇ ਅਨੇਕਾਂ ਮੈਂਬਰ, ਦੂਜਾ
ਪੜ੍ਹਾਈ ਵੇਲੇ ਦੇ ਸਹਿਪਾਠੀ ਤੇ ਅਧਿਆਪਕ। ਤੀਸਰਾ, ਨੌਕਰੀ ਦੌਰਾਨ ਮਾਲਿਕ ਜਾਂ ਬੌਸ ਤੇ ਹੋਰ ਸਾਥੀ। ਚੌਥਾ, ਇਹ ਤੋਂ ਇਲਾਵਾ ਮੁਹੱਲੇ ਦੇ ਲੋਕ। ਤੇ ਪੰਜਵਾਂ, ਧਾਰਮਿਕ ਸੰਸਥਾਵਾਂ ਦੇ ਸਹਿਯੋਗੀ। ਇਹਦੇ ਨਾਲ ਹੀ ਦੇਸ਼ ਵਿਦੇਸ਼ ਤੇ ਹੁੰਦੀ ਉਥਲ ਪੁਥਲ ਤੇ ਉਹਨਾਂ ਪ੍ਰਤੀ ਦ੍ਰਿਸ਼ਟੀਕੋਣ ਆਦਿ ਸਾਂਝ ਪਾਉਂਦੇ ਹਨ ਤੇ ਮਨ ਦੀ ਹੋਂਦ ਤੇ ਵਿਕਾਸ ਲਈ ਸਹਾਈ ਹੁੰਦੇ ਹਨ। ਇਸ ਤਰ੍ਹਾਂ ਅਨੇਕਾਂ ਵਿਅਕਤੀਆਂ ਦੇ ਜੀਵਨ, ਇਹਨਾਂ ਦੇ ਵਿਚਾਰ, ਇਹਨਾਂ ਦੇ ਤਜਰਬੇ, ਫਿਰ ਮਨ ਨਾਲ ਆਪਸੀ ਗੱਲਬਾਤ, ਤੇ ਤੁਸੀਂ ਅੰਦਾਜ਼ਾ ਲਗਾਓ ਕਿ ਕਿੰਨਾ ਕੁਝ ਇੱਕ ਵਿਅਕਤੀ ਦੇ ਮਨ ਨਾਲ ਜੁੜਿਆ ਹੁੰਦਾ ਹੈ। ਜੇਕਰ ਮਨ ਨੂੰ ਸੱਟ ਲੱਗੇਗੀ ਤੇ ਸਭ ਖੇਰੂ ਖੇਰੂ ਹੋਏਗਾ। ਇਹਦੀ ਪ੍ਰਕਿਰਿਆ ਮਨ ਦੇ ਅਸਾਵੇਂਪਨ ਦੇ ਰੂਪ 'ਚ ਹੋਏਗੀ। ਮਨ ਦੇ ਉਸ ਅਸਾਵੇਂਪਨ ਦਾ ਪ੍ਰਗਟਾਵਾ ਕਿਸ ਰੂਪ 'ਚ ਹੋਏਗਾ, ਦੇਖਣਾ ਇਹ ਹੈ। ਗੱਲਬਾਤ ਦੀਆਂ ਕਿੰਨੀਆਂ ਵੰਨਗੀਆਂ ਹੋਣਗੀਆਂ, ਕਿੰਨੇ ਪ੍ਰਭਾਵ ਹੋਣਗੇ, ਸੋਚੋ ਉਹਨਾਂ ਨੂੰ ਫੜਨਾ ਕਿੰਨਾ ਮੁਸ਼ਕਿਲ ਹੋਏਗਾ। ਕਈ ਲੋਕ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਤਣਾਅਪੂਰਨ ਸਥਿਤੀਆਂ ਨਾਲ ਸਫਲ ਢੰਗ ਨਾਲ ਨਜਿੱਠ ਵੀ ਲੈਂਦੇ ਆ। ਦੂਜੇ ਪਾਸੇ ਕੁਝ ਲੋਕ ਉਹਨਾਂ ਹਾਲਤਾਂ 'ਚ ਸਾਵੇਂ ਨਾ ਰਹਿ ਕੇ ਉਲਝੇ ਜਾਂਦੇ ਆ। ਸਰੀਰਕ ਬਿਮਾਰੀਆਂ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਹੈ। ਹਰ ਇੱਕ ਸਰੀਰ 'ਚ ਜੀਵਾਣੂਆਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ, ਕਿਸੇ 'ਚ ਘੱਟ, ਕਿਸੇ 'ਚ ਵੱਧ। ਇਸੇ ਤਰ੍ਹਾਂ ਹੀ ਇਹ ਮਨ ਦੀ ਬਣਤਰ ਤੇ ਨਿਰਭਰ ਕਰਦਾ ਹੈ ਕਿ ਉਹਨੇ ਮਨੋਰੋਗ ਦੇ ਹਮਲੇ ਨੂੰ ਸਹਿਣਾ ਜਾਂ ਬਿਮਾਰੀ ਦਾ ਰੂਪ ਦੇਣਾ। ਮਨ ਦੀ ਬਣਤਰ ਤੇ ਵਿਕਾਸ ਜਿਸ ਤਰ੍ਹਾਂ ਇਹਨੂੰ ਇੱਕ ਲੰਮਾ ਸਮਾਂ ਲੱਗਦਾ ਹੈ, ਉਸੇ ਤਰ੍ਹਾਂ ਮਨ ਨੂੰ ਸੱਟ ਲੱਗਣ ਨਾਲ ਬਿਮਾਰੀ ਤਾਂ ਉਸੇ ਦਿਨ ਸ਼ੁਰੂ ਹੋ ਜਾਂਦੀ ਹੈ, ਪਰ ਇਹ ਹੌਲੀ-ਹੌਲੀ ਰਿੱਝਦੀ ਰਹਿੰਦੀ ਹੈ। ਪਹਿਲੇ ਪੜਾਅ ਵਿੱਚ ਇਹ ਵਿਵਹਾਰ 'ਚ ਤਬਦੀਲੀ ਦੀ ਸਮੱਸਿਆ ਦਾ ਰੂਪ ਧਾਰਨ ਕਰਦੀ ਹੈ, ਦੂਜੇ ਵਿੱਚ ਮਨੋਰੋਗ ਬਣ ਜਾਂਦੀ ਹੈ। ਜੇਕਰ ਇਹਨਾਂ ਦੋਹਾਂ ਪੜਾਵਾਂ ਤੇ ਵੀ ਪਕੜੀ ਨਾ ਜਾਏ ਤਾਂ ਕਿਸੇ ਮਾਹਿਰ ਤੱਕ ਪਹੁੰਚ ਨਾ ਕੀਤੀ ਜਾਏ ਤਾਂ ਗੰਭੀਰ ਰੂਪ ਧਾਰ ਲੈਂਦੀ ਹੈ, ਜਿਸ ਨੂੰ ਫਿਰ ਆਮ ਲੋਕ ਪਾਗਲ ਕਹਿ ਦਿੰਦੇ ਆ। ਵਿਹਾਰ ਵਿੱਚ ਤਬਦੀਲੀ ਤੇ ਮਨੋਰੋਗ ਦੀ ਮੁੱਢਲੀ ਦਸ਼ਾ ਬਹੁਤੀ ਵਾਰੀ ਪਕੜੀ ਨਹੀਂ ਜਾਂਦੀ, ਕਿਉਂਕਿ ਵਿਹਾਰ 'ਚ ਤਬਦੀਲੀ ਨੂੰ ਬਿਮਾਰੀ ਨਾਲ ਜੋੜ ਕੇ ਵੇਖਣ ਦੇ ਅਜੇ ਅਸੀਂ ਆਦੀ ਨਹੀਂ ਹੋਏ। ਇੱਥੋਂ ਤੱਕ ਕਿ ਅਨੇਕਾਂ ਬਿਮਾਰੀਆਂ ਦੇ ਸਰੀਰਕ ਲੱਛਣ, ਜਿਵੇਂ ਮਾੜੀ ਮੋਟੀ ਖਾਂਸੀ, ਬਲਗਮ, ਫੋੜੇ, ਫਿੰਸੀਆਂ, ਖਾਰਿਸ਼, ਪੇਟ ਦੀ ਗੜਬੜ, ਪੇਟ ਦਾ ਖਰਾਬ ਹੋਣਾ, ਸਿਰ ਦਰਦ ਆਦਿ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਮਾਨਸਿਕ ਲੱਛਣਾਂ ਨੂੰ ਸਮਝਣਾ ਤਾਂ ਬਹੁਤ ਦੂਰ ਦੀ ਗੱਲ ਹੈ। ਮਾੜਾ ਜਿਹਾ ਚੁੱਪ ਰਹਿੰਦਾ, ਖਿਜਣ ਲੱਗ ਪਿਆ, ਬੋਲਦਾ ਬਹੁਤ ਹੈ, ਆਪਣੇ ਆਪ ਨੂੰ ਬਹੁਤ ਵੱਡੀ ਸ਼ੈ ਸਮਝਦਾ ਹੈ। ਬਸ ਅਜਿਹੀਆਂ ਕੁਝ ਕੁ ਗੱਲਾਂ ਕਰਕੇ ਆਪਾਂ ਪਾਸੇ ਹਟ ਜਾਂਦੇ ਹਾਂ ਤੇ ਇਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਇਹਨਾਂ ਲੱਛਣਾਂ ਜਾਂ ਸੁਭਾਅ 'ਚ ਤਬਦੀਲੀ ਜੇਕਰ ਆਰਜ਼ੀ ਹੈ ਤਾਂ ਕੁਝ ਕੁ ਦਿਨ ਰਹਿੰਦੀ ਹੈ। ਇਸ ਬਦਲੇ ਹੋਏ ਸੁਭਾਅ ਦਾ ਕੋਈ ਠੋਸ ਆਧਾਰ ਹੈ ਤਾਂ ਵੀ ਗੱਲ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ। ਪਰ ਜੇ ਤਬਦੀਲੀ ਦਾ ਕੋਈ ਕਾਰਨ ਨਹੀਂ ਦਿਸਦਾ, ਜੇਕਰ ਇਹ ਲਗਾਤਾਰ ਚੱਲ ਰਹੀ ਹੈ ਜਾਂ ਠੀਕ ਹੋ ਜਾਂਦੀ ਹੈ ਤਾਂ ਫਿਰ ਹੋ ਜਾਂਦੀ ਹੈ, ਤਾਂ ਜ਼ਰੂਰੀ ਇਹ ਗੱਲ ਗੌਲਣ ਵਾਲੀ ਹੈ। ਮਾਨਸਿਕ ਰੋਗਾਂ ਦੇ ਪੈਦਾ ਹੋਣ ਦੇ ਕਾਰਨ। ਮਾਨਸਿਕ ਰੋਗਾਂ ਦੇ ਪੈਦਾ ਹੋਣ ਦੇ ਜੋ ਕਾਰਨ ਦੱਸੇ ਜਾਂਦੇ ਹਨ ਉਹ ਮੁੱਖ ਤੌਰ ਤੇ ਇਹ ਹਨ। ਪਹਿਲਾ, ਬਾਇਓਕੈਮੀਕਲ, ਇੰਜ਼ਾਈਮਸ ਤੇ ਹਾਰਮੋਨਸ ਵਿੱਚ ਤਬਦੀਲੀ। ਦੂਸਰਾ, ਅਨੁਵੰਸ਼ਿਕਤਾ, ਪਰਿਵਾਰਿਕ ਪਿਛੋਕੜ। ਤੀਸਰਾ, ਆਲਾ ਦੁਆਲਾ। ਰਵਾਇਤੀ ਸਾਈਕੈਟਰੀ ਜ਼ਿਆਦਾਤਰ ਇਲਾਜ ਕੇਂਦਰਿਤ ਹੋਣ ਕਰਕੇ ਆਪਣੇ ਆਪ ਨੂੰ ਹੌਲੀ-ਹੌਲੀ ਅਨੁਵੰਸ਼ਿਕਤਾ ਤੇ ਬਾਇਓਕੈਮੀਕਲ ਕਾਰਨਾਂ ਦੇ ਨੇੜੇ ਲੈ ਜਾ ਰਹੀ ਹੈ ਤੇ ਆਲੇ ਦੁਆਲੇ ਨੂੰ ਲਗਭਗ ਅੱਖੋਂ ਪਰੋਖੇ ਹੀ ਕਰ ਦਿੱਤਾ ਹੈ, ਕਿਉਂਕਿ ਇਸ ਤਰ੍ਹਾਂ ਦੀ ਸਮਝ ਨਾਲ ਇਲਾਜ ਵੀ ਉਸੇ ਤਰ੍ਹਾਂ ਦੇ ਕਾਰਨਾਂ ਵੱਲ ਕੇਂਦਰਿਤ ਹੋ ਜਾਂਦਾ ਹੈ। ਪਹਿਲਾ, ਬਾਇਓਕੈਮੀਕਲ ਮਤਲਬ ਸਰੀਰ ਦੇ ਤਰਲ ਪਦਾਰਥਾਂ ਵਿੱਚ ਤਬਦੀਲੀ। ਸਭ ਤੋਂ ਪਹਿਲਾਂ ਹਿਪੋਕਰੇਟਸ ਨੇ ਵੀ ਮਾਨਸਿਕ ਰੋਗਾਂ ਦਾ ਕਾਰਨ ਸਰੀਰ ਦੇ 4 ਤਰਲਾਂ ਵਿੱਚੋਂ ਕਿਸੇ ਨਾ ਕਿਸੇ ਵਿੱਚ ਤਬਦੀਲੀ ਦੱਸਿਆ। ਆਯੁਰਵੈਦ ਦੇ ਸਿਧਾਂਤ ਵਿੱਚ ਵੀ ਵਾਤ, ਪਿੱਤ, ਕਫ ਆਦਿ ਨਾਂ ਤੋਂ ਜਾਣੇ ਜਾਂਦੇ ਤੱਤ ਹਨ, ਜਿਨ੍ਹਾਂ ਦੇ ਅਸੰਤੁਲਨ ਨਾਲ ਸਰੀਰ 'ਚ ਬਿਮਾਰੀਆਂ ਹੁੰਦੀਆਂ ਹਨ। ਫਿਰ ਵੀ ਸਮੇਂ-ਸਮੇਂ ਸਿਰ ਵੱਖ-ਵੱਖ ਮਨੋਵਿਗਿਆਨਕਾਂ ਨੇ ਲੈਬੋਰਟਰੀ ਦੀ ਮਦਦ ਨਾਲ ਨਵੇਂ ਤੋਂ ਨਵੇਂ ਇੰਜ਼ਾਈਮਸ ਤੇ ਹਾਰਮੋਨਸ ਲੱਭੇ। ਜਿਵੇਂ ਇੱਕ ਪ੍ਰਯੋਗ ਵਿੱਚ ਇੱਕ ਪਾਗਲ ਆਦਮੀ ਦਾ ਖੂਨ ਲੈ ਕੇ ਇੱਕ ਚੰਗੇ ਭਲੇ ਆਦਮੀ 'ਚ ਪਾ ਕੇ ਵੇਖਿਆ ਗਿਆ ਕਿ ਉੱਤੇ ਕੀ ਅਸਰ ਹੁੰਦਾ ਹੈ, ਤੇ ਉਹ ਆਦਮੀ ਕੁਝ ਚਿਰ ਲਈ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਨ ਲੱਗਾ, ਫਿਰ ਠੀਕ ਹੋ ਗਿਆ। ਵਿਗਿਆਨਕ ਨੂੰ ਨਵੀਂ ਰਾਹ ਮਿਲ ਗਈ। ਉਹਦੇ ਖੂਨ ਦਾ ਉਹ ਤੱਤ ਲੱਭ ਲਿਆ ਜਿਸ ਨਾਲ ਆਦਮੀ ਪਾਗਲ ਹੋ ਜਾਂਦਾ ਹੈ ਤੇ ਖੋਜ ਪੱਤਰ ਛਪ ਗਿਆ। ਪਰ ਕੁਝ ਹੋਰ ਪ੍ਰਸ਼ਨ ਹਨ ਜੋ ਕਿ ਜਵਾਬ ਚਾਹੁੰਦੇ ਹਨ। ਉਹ ਕੈਮੀਕਲ ਪਾਗਲ ਆਦਮੀ 'ਚ ਕਿੱਥੋਂ ਆਇਆ? ਉਹ ਕੈਮੀਕਲ ਉਹਦੇ ਪਾਗਲ ਹੋਣ ਤੋਂ ਪਹਿਲਾਂ ਕਿਉਂ ਨਹੀਂ ਸੀ? ਤੇ ਜਿਸ ਚੰਗੇ ਭਲੇ ਆਦਮੀ ਤੇ ਟੈਸਟ ਕੀਤਾ ਗਿਆ ਉਹ ਕੁਝ ਚਿਰ ਮਗਰੋਂ ਠੀਕ ਕਿਉਂ ਹੋ ਗਿਆ, ਪਾਗਲ ਹੀ ਕਿਉਂ ਨਾ ਰਿਹਾ? ਆਖਰੀ ਸਵਾਲ ਦਾ ਜਵਾਬ ਹੈ ਕਿ ਚੰਗੇ ਭਲੇ ਆਦਮੀ 'ਚ ਉਸ ਕੈਮੀਕਲ ਨੂੰ ਖਾਰਜ ਕਰਨ ਦੀ ਤਾਕਤ ਸੀ। ਨਵਾਂ ਕੈਮੀਕਲ ਸਿਰਫ ਪਾਗਲ ਆਦਮੀ ਦੇ ਸਰੀਰ 'ਚ ਪੈਦਾ ਹੋ ਰਿਹਾ ਹੈ।
ਹੋ ਸਕਦਾ ਹੈ ਉਹ ਨਾਲੋਂ ਨਾਲ ਖਾਰਜ ਵੀ ਹੋ ਰਿਹਾ ਹੈ, ਪਰ ਇੱਕ ਖਾਸ ਮਾਹੌਲ ਹੈ ਜਿਸ ਵਿੱਚ ਉਹ ਕੈਮੀਕਲ ਪੈਦਾ ਹੋ ਰਿਹਾ ਹੈ, ਉਸ ਨੂੰ ਚੰਗੇ ਭਲੇ ਆਦਮੀ ਤੋਂ ਨਿਖੇੜਦਾ ਹੈ। ਪਰ ਮਨੋਵਿਗਿਆਨੀ ਦਾ ਧਿਆਨ ਉਸ ਖਾਸ ਮਾਹੌਲ ਵੱਲ ਗਿਆ ਹੀ ਨਹੀਂ। ਇੱਕ ਆਮ ਬਿਮਾਰੀ ਹੈ ਅੱਜ ਕੱਲ੍ਹ ਤੇਜ਼ਾਬੀ ਮਿਹਦਾ, ਗੈਸਟਰਾਈਟਿਸ ਜਾਂ ਐਸਿਡਿਟੀ। ਇਸ ਬਿਮਾਰੀ ਦਾ ਮੁੱਖ ਕਾਰਨ ਮਾਨਸਿਕ ਤਣਾਅ ਹੈ। ਸਿੱਧੇ ਸ਼ਬਦਾਂ 'ਚ ਹਰੀ ਵਰੀ ਕਰੀ। ਇਹਨਾਂ ਦੇ 3 ਕਾਰਨ ਹਨ, ਭਾਵ ਹਫੜਾ ਦਫੜੀ, ਤੇਜ਼ ਰਫ਼ਤਾਰੀ ਜਾਂ ਭੱਜ ਨੱਠ ਦੀ ਜ਼ਿੰਦਗੀ, ਹਰੀ, ਦੂਸਰਾ ਚਿੰਤਾ ਮਤਲਬ ਵਰੀ, ਤੇ ਤੀਸਰਾ ਤੇਜ਼ ਮਸਾਲੇ ਮਤਲਬ ਕਰੀ। ਇੱਕ ਮੰਨੀ ਹੋਈ ਗੱਲ ਹੈ ਕਿ ਜੋ ਲੋਕ ਮਾਨਸਿਕ ਤਣਾਅ 'ਚ ਹੁੰਦੇ ਹਨ, ਗੁੱਸੇ ਛੇਤੀ ਹੁੰਦੇ ਹਨ ਜਾਂ ਸੋਚਦੇ ਜ਼ਿਆਦਾ ਹਨ, ਇਹ ਬਿਮਾਰੀ ਉਹਨਾਂ ਨੂੰ ਹੁੰਦੀ ਹੈ। ਵੋਲਫ ਨੇ ਆਪਣੀ ਕਿਤਾਬ 'ਚ ਟੋਮਸ ਦੇ ਪੇਟ ਦਾ ਜ਼ਿਕਰ ਕੀਤਾ ਹੈ। ਟੋਮ ਜਦੋਂ ਗੁੱਸੇ ਹੁੰਦਾ ਹੈ ਜਾਂ ਰੋਸ ਪ੍ਰਗਟਾਉਂਦਾ ਸੀ ਤਾਂ ਉਹਦੇ ਪੇਟ ਦੀ ਉੱਪਰਲੀ ਪਰਤ ਲਾਲ ਸੁਰਖ ਹੋ ਜਾਂਦੀ ਸੀ, ਤੇਜ਼ਾਬ ਦੀ ਮਾਤਰਾ ਵੱਧ ਜਾਂਦੀ ਸੀ ਤੇ ਪੇਟ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਸੀ। ਇਹ ਤੋਂ ਉਲਟ ਟੋਮ ਜਦੋਂ ਚੁੱਪ, ਸ਼ਾਂਤ ਤੇ ਆਰਾਮ ਦੀ ਹਾਲਤ 'ਚ ਹੁੰਦਾ ਸੀ ਤਾਂ ਪੇਟ ਦੀ ਪਰਤ ਪੀਲੇ ਜਿਹੇ ਰੰਗ ਦੀ ਹੁੰਦੀ, ਤੇਜ਼ਾਬ ਵੀ ਘਟ ਜਾਂਦਾ ਸੀ। ਇਹ ਤੋਂ ਸਿੱਟਾ ਨਿਕਲਿਆ ਕਿ ਤੇਜ਼ਾਬੀ ਮਾਦਾ ਸੋਚਣ ਕਾਰਨ ਹੁੰਦਾ ਹੈ। ਗੱਲ ਵੱਖਰੀ ਹੈ ਕਿ ਇਹੋ ਜਿਹੀਆਂ ਕਾਢਾਂ ਵੀ ਮਿਲ ਜਾਣਗੀਆਂ ਜੋ ਇਹ ਸਾਬਤ ਕਰਦੀਆਂ ਹਨ ਕਿ ਤੇਜ਼ਾਬੀ ਮਾਦਾ ਬਲੱਡ ਗਰੁੱਪ ਉਹ ਰੱਖਣ ਵਾਲੇ ਆਦਮੀ 'ਚ ਜ਼ਿਆਦਾ ਹੁੰਦਾ ਹੈ। ਇਹ ਟਾਈਪ ਵਿਅਕਤੀਆਂ 'ਚ ਹੁੰਦਾ ਹੈ ਜੋ ਕਿ ਹਰ ਦਮ ਫਿਕਰ ਕਰਦੇ ਰਹਿੰਦੇ ਹਨ। ਹੁਣ ਗੌਰ ਨਾਲ ਦੇਖੀਏ ਕਿ ਇਹ ਸਿੱਟੇ ਕਿੱਥੋਂ ਨਿਕਲੇ ਹਨ ਤਾਂ ਸਾਰੀ ਗੱਲ ਆਪ ਹੀ ਸਾਫ਼ ਹੋ ਜਾਏਗੀ। ਤੁਸੀਂ ਜਾਣਨਾ ਚਾਹੋਗੇ ਕਿ ਇਹ ਵਿਅਕਤੀਆਂ ਦੀ ਵੰਡ ਕਿਸ ਤਰ੍ਹਾਂ ਹੋਈ ਹੈ। ਪਤਾ ਲੱਗੇਗਾ ਕਿ ਜੋ ਵਿਅਕਤੀ ਫਿਕਰ ਜ਼ਿਆਦਾ ਕਰਦੇ ਹਨ ਉਹ ਇਹ ਟਾਈਪ ਹੁੰਦੇ ਹਨ। ਇਸੇ ਤਰ੍ਹਾਂ ਦਾ ਹੀ ਸੰਬੰਧ ਹੈ ਉਹਨਾਂ ਦੇ ਮਨੁੱਖ ਦੇ ਬਲੱਡ ਗਰੁੱਪ ਨਾਲ। ਹੁਣ ਗੱਲ ਕੀ ਹੋਈ? ਗੱਲ ਇੰਜ ਹੋਈ ਕਿ ਇੱਕ ਆਦਮੀ ਨੇ ਕਿਸੇ ਤੋਂ ਪੁੱਛਿਆ ਕਿ ਡਾਕਖਾਨਾ ਕਿੱਥੇ ਹੈ। ਉਹਨੇ ਕਿਹਾ ਬਿਜਲੀ ਦੇ ਦਫ਼ਤਰ ਦੇ ਸਾਹਮਣੇ। ਆਦਮੀ ਨੇ ਫਿਰ ਪੁੱਛਿਆ ਬਿਜਲੀ ਦਾ ਦਫ਼ਤਰ ਕਿੱਥੇ ਹੈ। ਉਹਨੇ ਵੀ ਜਵਾਬ ਦਿੱਤਾ ਡਾਕਖਾਨੇ ਦੇ ਸਾਹਮਣੇ। ਮਤਲਬ ਸਥਿਤੀ ਨੂੰ ਸਪਸ਼ਟ ਨਹੀਂ ਕਰਨਾ, ਗੱਲ ਸਮਝਾਉਣੀ ਨਹੀਂ, ਜਾਂ ਕਹਿ ਲਓ ਗੱਲ ਸਮਝ ਹੀ ਨਹੀਂ ਆਈ ਤੇ ਮਨ ਦੀ ਤਸੱਲੀ ਲਈ ਬਿਮਾਰੀ ਦੇ ਲੱਛਣਾਂ ਨੂੰ ਬਿਮਾਰੀ ਦਾ ਕਾਰਨ ਦੱਸ ਦਿੱਤਾ। ਜਿਵੇਂ ਕਿ ਬਿਮਾਰੀ ਦੀ ਤਹਿ ਤੱਕ ਨਾ ਪਹੁੰਚ ਤੇ ਕਹਿ ਦੇਣਾ ਤੇਰੀ ਤਕਲੀਫ ਦਾ ਕਾਰਨ ਹੈ ਕਿ ਤੇਰੇ ਪੇਟ 'ਚ ਤੇਜ਼ਾਬ ਵੱਧ ਬਣਦਾ ਹੈ। ਦਵਾਈ ਉਹ ਦੇਣੀ ਜੋ ਤੇਜ਼ਾਬ ਨੂੰ ਖਾਰਜ ਕਰੇ ਜਾਂ ਤੇਜ਼ਾਬ ਨੂੰ ਬਣਨ ਤੋਂ ਰੋਕੇ। ਦਵਾਈ ਖਾਣ ਨਾਲ ਫਰਕ ਤਾਂ ਪੈਂਦਾ ਹੈ, ਪਰ ਦਵਾਈ ਛੱਡਣ ਨਾਲ ਸਥਿਤੀ ਫੇਰ ਉਹੀ, ਕਿਉਂਕਿ ਲੱਛਣਾਂ ਦਾ ਇਲਾਜ ਹੋਏਗਾ ਤਾਂ ਸਥਿਤੀ ਵਿੱਚ ਫਰਕ ਪੈਣਾ ਹੀ ਨਹੀਂ। ਆਨੂਵੰਸ਼ਿਕਤਾ ਜਾਂ ਪਰਿਵਾਰਕ ਪਿਛੋਕੜ। ਜੀਨਸ ਦੀ ਖੋਜ ਨਾਲ ਮਾਨਸਿਕ ਰੋਗਾਂ ਦੀ ਉਤਪਤੀ ਦੇ ਕਾਰਨ ਵਿੱਚ ਇੱਕ ਹੋਰ ਪਾਠ ਜੁੜ ਗਿਆ। ਕਈ ਖੋਜ ਪੱਤਰ ਛਪੇ ਕਿ ਕੁਝ ਬਿਮਾਰੀਆਂ ਪਰਿਵਾਰਾਂ 'ਚ ਤੁਰਦੀਆਂ ਹਨ, ਕੁਝ ਰੋਗੀ ਵਿਅਕਤੀਆਂ ਦੇ ਪਰਿਵਾਰ 'ਚ ਜ਼ਿਆਦਾ ਹੁੰਦੀਆਂ ਹਨ। ਜਿਵੇਂ ਉਦਾਸੀ ਰੋਗ ਆਮ ਲੋਕਾਂ ਵਿੱਚ 1% ਤੇ ਰੋਗੀ ਪਰਿਵਾਰਾਂ 'ਚ 12%। ਇਹ ਠੀਕ ਹੈ, ਪਰ ਪ੍ਰਸ਼ਨ ਇਹ ਹੈ ਚਾਹੇ 1% ਹੀ ਹੋਵੇ, ਉਹ ਕਿਸੇ ਉਸ ਆਦਮੀ ਨੂੰ ਵੀ ਹੁੰਦਾ ਜਿਹਦੀ ਸ਼ੁਰੂਆਤ ਉਹ ਕਰਦਾ ਹੈ, ਤੇ ਕਦੇ ਨਾ ਕਦੇ ਉਹ ਪਰਿਵਾਰ ਦੇ ਪਹਿਲੇ ਵਿਅਕਤੀ ਨੂੰ ਹੋਇਆ ਹੀ ਹੋਏਗਾ। ਤੇ ਜੇ ਆਉਣ ਵਾਲੀ ਪੀੜ੍ਹੀ ਉਹਨੂੰ ਭੁਗਤਦੀ ਹੈ ਤਾਂ ਕੀ ਇਹ ਨਹੀਂ ਹੋ ਸਕਦਾ ਕਿ ਆਉਣ ਵਾਲੀ ਪੀੜ੍ਹੀ ਇਸ ਤਰ੍ਹਾਂ ਦੇ ਰੋਗੀ ਵਾਤਾਵਰਣ 'ਚ ਪੈਦਾ ਹੋਏ, ਪਲੇ, ਭਾਵ ਬਿਮਾਰ ਮਾਂ-ਪਿਓ ਜਾਂ ਕੋਈ ਹੋਰ ਪਰਿਵਾਰ ਦਾ ਬਿਮਾਰ ਮੈਂਬਰ ਦਾ ਵਿਵਹਾਰ ਉਹਨਾਂ ਤੇ ਅਸਰ ਕਰੇ। ਇਹ ਗੱਲ ਵੀ ਪ੍ਰਮਾਣਿਤ ਹੈ ਕਿ ਵਾਤਾਵਰਣ ਦੇ ਕਾਰਨ ਜੀਨਸ ਵਿੱਚ ਤਬਦੀਲੀ ਹੋ ਜਾਂਦੀ ਹੈ, ਜਿਹਨੂੰ ਵਿਗਿਆਨਕ ਭਾਸ਼ਾ 'ਚ ਮਿਊਟੇਸ਼ਨ ਕਹਿੰਦੇ ਹਨ, ਜਿਸ ਕਾਰਨ ਅਗਲੀ ਪੀੜ੍ਹੀ ਤੇ ਅਸਰ ਪੈ ਜਾਂਦਾ ਹੈ। ਸਵਾਲ ਪੀੜ੍ਹੀ ਦਰ ਪੀੜ੍ਹੀ ਬਿਮਾਰੀ ਤੁਰਨ ਦਾ ਨਹੀਂ, ਸਵਾਲ ਉਹਨਾਂ ਦੀ ਸ਼ੁਰੂਆਤ ਤੇ ਜੀਨਸ ਵਿੱਚ ਤਬਦੀਲੀ ਦਾ ਹੈ, ਜੋ ਕਿ ਬਿਨਾਂ ਕਾਰਨ ਤੋਂ ਨਹੀਂ ਹੁੰਦੀ। ਤੀਸਰਾ, ਆਲਾ ਦੁਆਲਾ। ਆਪਾਂ ਜਾਣ ਚੁੱਕੇ ਹਾਂ ਤੇਜ਼ਾਬੀ ਮਾਦਾ ਸੋਚ ਨਾਲ ਹੁੰਦਾ ਹੈ। ਅਸਲ ਕਾਰਨ ਸੋਚ ਹੈ ਜੋ ਕਿ ਵਾਤਾਵਰਣ 'ਚ ਪੈਦਾ ਹੁੰਦੀ ਹੈ, ਪਰ ਆਪਣੇ ਆਲੇ ਦੁਆਲੇ ਦੇ ਉਹਨਾਂ ਕਾਰਨਾਂ ਨੂੰ ਸਾਹਮਣੇ ਨਾ ਲਿਆ ਕੇ ਬਿਮਾਰੀ ਦੇ ਲੱਛਣਾਂ ਨੂੰ ਹੀ ਬਿਮਾਰੀ ਦਾ ਨਾਂ ਦੇ ਕੇ ਸੁਖਾਲਾ ਕੰਮ ਕਰ ਲਿਆ ਜਾਂਦਾ ਹੈ। ਇਸ ਤਰ੍ਹਾਂ ਇਲਾਜ ਪ੍ਰਣਾਲੀ ਵੀ ਸੌਖੀ ਹੋ ਜਾਂਦੀ ਹੈ, ਕਿਉਂਕਿ ਵਾਤਾਵਰਣ ਜਾਂ ਆਲੇ ਦੁਆਲੇ ਦੇ ਕਾਰਨਾਂ ਨੂੰ ਨਾ ਸਮਝਣ ਕਾਰਨ ਉਹਨਾਂ ਨੂੰ ਦਰੁਸਤ ਕਰਨ ਦੀ ਗੱਲ ਹੀ ਨਹੀਂ ਹੁੰਦੀ। ਮਾਨਸਿਕ ਰੋਗਾਂ ਲਈ ਖਾਸ ਕਰਕੇ ਆਲੇ ਦੁਆਲੇ ਦੀ ਬਹੁਤ ਅਹਿਮੀਅਤ ਹੈ। ਸਾਡੇ ਆਲੇ ਦੁਆਲੇ 'ਚ ਸਿਰਫ ਕੀਟਾਣੂ, ਜੀਵਾਣੂ, ਧੁੱਪ, ਠੰਡ, ਘੱਟਾ, ਗਾਰਾ, ਧੂੰਆਂ ਆਦਿ ਹੀ ਹੁੰਦੇ ਹਨ। ਸਗੋਂ ਇਸ ਤੋਂ ਵੱਧ ਸਾਡੇ ਮਾਹੌਲ ਵਿੱਚ ਅਰਥਚਾਰਾ, ਰਾਜਨੀਤੀ, ਕੰਮ ਦੀ ਥਾਂ, ਮਾਲਕ ਨੌਕਰ ਦਾ ਰਿਸ਼ਤਾ, ਪਰਿਵਾਰਕ ਰਿਸ਼ਤਿਆਂ ਦੀ ਬਣਤਰ, ਧਾਰਮਿਕ ਤੇ ਸਿਧਾਂਤਿਕ ਸੰਸਥਾਵਾਂ ਦਾ ਪ੍ਰਭਾਵ ਦਾ ਪ੍ਰਚਾਰ, ਸਮਾਜਿਕ ਜਥੇਬੰਦੀਆਂ ਦਾ ਰੂਪ,
ਵਿਦਿਅਕ ਅਦਾਰੇ ਆਦਿ ਇੱਕ ਅਹਿਮ ਭੂਮਿਕਾ ਅਦਾ ਕਰਦੇ ਹਨ। ਇਸ ਸਮਾਜੀ ਮਨੋਵਿਗਿਆਨਕ ਮਾਹੌਲ ਦਾ ਦਬਾਅ ਇੰਨਾ ਲੁਕਵਾਂ ਹੁੰਦਾ ਹੈ ਕਿ ਅਸੀਂ ਇਹਨੂੰ ਕਿਸੇ ਜੀਵਾਣੂ ਕੀਟਾਣੂ ਤਰ੍ਹਾਂ ਕਿਸੇ ਵੀ ਖੁਰਦਬੀਨ ਹੇਠਾਂ ਨਹੀਂ ਦੇਖ ਸਕਦੇ। ਇਹ ਕਿਸੇ ਵੀ ਖੂਨ ਟੈਸਟ ਨਹੀਂ ਆਉਂਦਾ ਤੇ ਨਾ ਹੀ ਕਿਸੇ ਐਕਸ-ਰੇ ਮਸ਼ੀਨ ਜਾਂ ਅਲਟਰਾਸਾਊਂਡ ਆਦਿ ਨਾਲ ਫੜੇ ਜਾ ਸਕਦੇ ਹਨ। ਜਿਸ ਤਰ੍ਹਾਂ ਪਹਿਲਾਂ ਕਿਹਾ ਹੈ, ਕਾਰਨ ਨੇ ਹੀ ਇਲਾਜ ਵੱਲ ਇਸ਼ਾਰਾ ਕਰਨਾ ਹੈ। ਜਿਵੇਂ ਬੁਖਾਰ 'ਚ ਕਾਰਨ ਲੱਭਿਆ ਮਲੇਰੀਏ ਦੇ ਜਰਮ, ਫਿਰ ਇਲਾਜ ਕੀਤਾ। ਜਦ ਬੁਖਾਰ ਦਾ ਕਾਰਨ ਪਤਾ ਚੱਲਿਆ ਟਾਈਫਾਈਡ ਦੇ ਜਰਮ, ਤਾਂ ਇਲਾਜ ਉਸ ਵੱਲ ਮੁੜ ਗਿਆ। ਪਰ ਉਦਾਸੀ ਰੋਗ ਦਾ ਕਾਰਨ ਹੀ ਨਹੀਂ ਲੱਭਿਆ ਤਾਂ ਇਲਾਜ ਕਿਸ ਵੱਲ ਕੇਂਦਰਿਤ ਹੋਏਗਾ? ਉਹਨਾਂ ਦਵਾਈਆਂ ਵੱਲ ਜੋ ਕਿ ਮੂਡ ਨੂੰ ਠੀਕ ਕਰਦੀਆਂ। ਇਹ ਇਲਾਜ ਕਾਰਨ ਦਾ ਨਹੀਂ, ਲੱਛਣ ਦਾ ਹੈ। ਦਰਅਸਲ ਵਿਗਿਆਨ ਤੇ ਤਕਨੀਕੀ ਤਰੱਕੀ ਨਾਲ ਹਰ ਖੇਤਰ ਵਿੱਚ ਹੀ ਮਾਹਰ ਲਹਿਰ ਤੁਰ ਪਈ ਹੈ। ਇਹਦਾ ਅਸਰ ਸਿਹਤ ਪ੍ਰਣਾਲੀ ਤੇ ਵੀ ਪਿਆ ਹੈ। ਅੱਖਾਂ ਦੇ ਮਾਹਰ, ਹੱਡੀਆਂ ਦੇ ਮਾਹਰ, ਪੇਟ ਦੀਆਂ ਅੰਤੜੀਆਂ ਦੇ ਮਾਹਰ, ਦਿਮਾਗੀ ਨਸਾਂ ਦੇ ਮਾਹਰ, ਮਨੋਰੋਗਾਂ ਦੇ ਮਾਹਰ, ਇਸੇ ਤਰ੍ਹਾਂ ਖੂਨ ਟੈਸਟ, ਐਕਸ-ਰੇ ਆਦਿ। ਕਿਸੇ ਵੀ ਵਿਸ਼ੇ 'ਚ ਮਾਹਿਰ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਉਹਦੇ ਮਾਹਿਰ ਹੋਣ 'ਚ ਜੇ ਅਸੀਂ ਆਪਣੀ ਅਸਲੀ ਜ਼ਮੀਨ ਤੋਂ ਨਿਖੜ ਜਾਂਦੇ ਹਾਂ ਤਾਂ ਇਹ ਗਲਤ ਹੈ। ਤਰੱਕੀ ਕਰਨਾ, ਕੁਝ ਨਵੀਆਂ ਕਾਢਾਂ ਕੱਢਣਾ ਮਨੁੱਖ ਦਾ ਸੁਭਾਅ ਹੈ ਤੇ ਇਸ ਨਾਲ ਉਹ ਖੁਸ਼ੀ ਤੇ ਸੰਤੁਸ਼ਟੀ ਅਨੁਭਵ ਕਰਦਾ ਹੈ। ਮਨੁੱਖ ਨੇ ਆਪਣੇ ਸੁੱਖ ਲਈ, ਮਾਨਵ ਮਾਤਰ ਦੀ ਭਲਾਈ ਲਈ ਵਿਕਾਸ ਕੀਤਾ ਤੇ ਅਜੇ ਵੀ ਉਹਦਾ ਮੂੰਹ ਸੂਰਜ ਵੱਲ ਹੀ ਹੈ। ਪਰ ਸ਼ੁਰੂ ਤੋਂ ਹੀ ਸਮਾਜ ਦਾ ਇੱਕ ਵਰਗ ਵਿਗਿਆਨ ਦੇ ਹਰ ਪ੍ਰਯੋਗ ਨੂੰ ਆਪਣੇ ਮੰਤਵ ਲਈ ਵਰਤਣ ਵਾਸਤੇ ਤਿਆਰ ਰਿਹਾ ਹੈ। ਦੁਨੀਆ ਦੇ ਮਸ਼ਹੂਰ ਵਿਗਿਆਨੀ ਆਇਨਸਟਾਈਨ ਨੇ ਇੱਕ ਫਾਰਮੂਲਾ ਇਜਾਦ ਕੀਤਾ, ਪਰ ਉਹਨੂੰ ਇਸ ਗੱਲ ਦਾ ਬਿਲਕੁਲ ਹੀ ਇਲਮ ਨਹੀਂ ਸੀ ਕਿ ਉਹਦਾ ਫਾਰਮੂਲਾ ਹੀ ਹੀਰੋਸ਼ੀਮਾ ਮਤਲਬ ਜਾਪਾਨ 'ਚ ਜਾ ਕੇ ਇਸ ਤਰ੍ਹਾਂ ਦਾ ਰੂਪ ਵਿਖਾਏਗਾ, ਜਦੋਂ ਕਿ ਫਾਰਮੂਲਾ ਮਨੁੱਖ ਨੂੰ ਸੁੱਖ ਤੇ ਸ਼ਾਂਤੀ ਵਾਲੀ ਰਾਹ ਵੱਲ ਵੀ ਲੈ ਜਾਂਦਾ ਹੈ। ਧੰਨਵਾਦ।